हाँ जी बच्चे, अज जो असीं न्यूमैरिकल करना ਉਹਦੇ ਵਿੱਚ ਕੀ ਆ, फाइंड द इनवर्स ऑफ दिस मैट्रिक्स बाय क्राउट्स मैथड। ਹੁਣ ਇਹ क्राउट्स मैथड ਕੀ ਹੁੰਦਾ ਬੱਚੇ? क्राउट्स मैथड ਸਾਡੇ ਕੋਲ ਲੀਨੀਅਰ ਇਕੁਏਸ਼ਨ ਨੂੰ ਸੋਲਵ ਕਰਨ ਦੇ ਲਈ ਯੂਜ਼ ਹੁੰਦਾ। ਲੀਨੀਅਰ ਇਕੁਏਸ਼ਨਸ ਕਿਹੜੀਆਂ ਸੀਗੀਆਂ? ਉਹ ਇਕੁਏਸ਼ਨ ਜਿਨ੍ਹਾਂ ਦੇ ਵਿੱਚ ਜੋ ਵੀ ਵੇਰੀਏਬਲ ਨੇ, ਚਾਹੇ ਐਕਸ ਵਾਈ ਜ਼ੈਡ, ਉਹਨਾਂ ਦੀ ਹਾਈਐਸਟ ਪਾਵਰ ਸਾਡੇ ਕੋਲ ਡਿਗਰੀ ਸਾਡੇ ਕੋਲ ਕਿੰਨੀ ਹੋਏਗੀ? 1। ਜਿਵੇਂ ਐਕਸ ਦੀ ਪਾਵਰ 1 ਪਲੱਸ ਵਾਈ ਪਲੱਸ ਜ਼ੈਡ, ਇਹ ਕੀ ਹੋਣਗੀਆਂ ਸਾਡੇ ਕੋਲ? ਲੀਨੀਅਰ ਇਕੁਏਸ਼ਨਸ। ਇਹੋ ਜਿਹੀਆਂ ਇਕੁਏਸ਼ਨ ਨੂੰ ਸੋਲਵ ਕਰਨ ਦੇ ਲਈ ਵਿੱਚ ਅਸੀਂ ਦੋ ਤਰ੍ਹਾਂ ਦੇ ਮੈਥਡ ਯੂਜ਼ ਕਰਦੇ ਹਾਂ। ਇੱਕ ਤਾਂ ਹੈਗੇ ਡਾਇਰੈਕਟ ਮੈਥਡ ਅਤੇ ਦੂਸਰੇ ਸਾਡੇ ਕੋਲ ਆਈਟੀਰੇਟਿਵ ਮੈਥਡਸ। ਆਈਟੀਰੇਸ਼ਨ ਜਿਹਦੇ ਵਿੱਚ ਅਸੀਂ ਪਰਫੋਰਮ ਕਰਦੇ ਹਾਂ ਹੋ ਗਏ ਆਈਟੀਰੇਟਿਵ। ਡਾਇਰੈਕਟ ਮੈਥਡ ਜਿਹਦੇ ਵਿੱਚ ਅਸੀਂ ਬੱਚੇ ਬਸ ਇੱਕ ਸਟੈਪ ਦੇ ਵਿੱਚ, ਜਿਵੇਂ ਕਿ ਉਹਦੇ ਵਿੱਚ ਇੱਕ ਪ੍ਰੋਸੀਜਰ ਹੁੰਦਾ, ਉਹਨੂੰ ਫੋਲੋ ਕਰਕੇ ਸਾਨੂੰ ਰਿਜ਼ਲਟ ਮਿਲ ਜਾਂਦਾ। ਬਾਰ-ਬਾਰ ਪ੍ਰੋਸੀਜਰ ਨੂੰ ਰਿਪੀਟ ਕਰਨ ਦੀ ਲੋੜ ਨਹੀਂ ਹੁੰਦੀ। ਉਹ ਹੋ ਗਏ ਸਾਡੇ ਡਾਇਰੈਕਟ ਮੈਥਡ। ਅੱਗੇ ਡਾਇਰੈਕਟ ਮੈਥਡ ਦੇ ਵਿੱਚ ਕੀ ਹੁੰਦਾ? ਗੌਸ ਐਲੀਮੀਨੇਸ਼ਨ, ਗੌਸ ਜੌਰਡਨ ਮੈਥਡ, ਕਰਾਊਟਸ ਮੈਥਡ, ਕ੍ਰੋਸਲੀ ਮੈਥਡ। ਜਿਹਦੇ ਵਿੱਚੋਂ ਸਾਡਾ ਜਿਹੜਾ ਨਿਊਮੈਰੀਕਲ ਹੈ ਕਿਹਦੇ ਨਾਲ ਰਿਲੇਟਡ ਆ? ਕਰਾਊਟਸ ਮੈਥਡ। ਕਰਾਊਟਸ ਮੈਥਡ ਕੀ ਸੀਗਾ? ਕਹਿੰਦੇ ਇਹਦੇ ਵਿੱਚ ਅਸੀਂ ਜੋ ਵੀ ਮੈਟ੍ਰਿਕਸ ਗਿਵਨ ਆ ਉਹਨੂੰ ਦੋ ਮੈਟ੍ਰਿਕਸ ਦੀ ਪ੍ਰੋਡਕਟ ਫਾਰਮ 'ਚ ਲਿਖਦੇ ਹਾਂ ਅਤੇ ਉਹ ਮੈਟ੍ਰਿਕਸ ਕੀ ਹੁੰਦੀਆਂ ਨੇ? ਲੋਅਰ ਐਂਡ ਅਪਰ ਟ੍ਰਾਇੰਗੂਲਰ ਮੈਟ੍ਰਿਕਸ। ਹੁਣ ਲੋਅਰ ਅਤੇ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਕੀ ਸੀ? ਪਹਿਲਾਂ ਇਹਦੀ ਡੈਫੀਨੇਸ਼ਨ ਡਿਸਕਸ ਕਰ ਲੈਂਦੇ ਹਾਂ। ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਕੀ ਹੁੰਦੀ ਆ? ਉਹ ਵਾਲੀ ਮੈਟ੍ਰਿਕਸ ਜਿਹਦੇ ਵਿੱਚ ਮੇਨ ਡਾਇਗਨਲ ਤੋਂ ਜੋ ਉੱਪਰ ਵਾਲੇ ਐਲੀਮੈਂਟ ਨੇ, ਮੇਨ ਡਾਇਗਨਲ ਤੋਂ ਉੱਪਰ ਵਾਲੇ ਐਲੀਮੈਂਟ, ਉਹ ਸਾਰੇ ਐਲੀਮੈਂਟ ਕੀ ਹੋਣੇ ਚਾਹੀਦੇ ਨੇ? 0। ਅਤੇ ਨੀਚੇ ਵਾਲੇ ਐਲੀਮੈਂਟ ਸਾਡੇ ਕੋਲ ਕੀ ਹੋਣਗੇ? ਨੋਨ ਜ਼ੀਰੋ। ਫੋਰ ਐਗਜ਼ਾਮਪਲ ਦਿਸ, ਇਹਦੇ ਵਿੱਚ ਆ ਮੇਨ ਡਾਇਗਨਲ ਆ, ਪ੍ਰਿੰਸੀਪਲ ਡਾਇਗਨਲ, ਇਹਦੇ ਉੱਪਰ ਵਾਲੇ ਐਲੀਮੈਂਟ ਸਾਡੇ ਕੋਲ ਕੀ ਨੇ? 0। ਇਹ ਕੀ ਹੋ ਗਈ? ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਅਪਰ ਟ੍ਰਾਇੰਗੂਲਰ ਮੈਟ੍ਰਿਕਸ ਉਹ ਵਾਲੀ ਮੈਟ੍ਰਿਕਸ ਜਿਹਦੇ ਮੇਨ ਪ੍ਰਿੰਸੀਪਲ ਡਾਇਗਨਲ ਤੋਂ ਨੀਚੇ ਵਾਲੇ ਜੋ ਐਲੀਮੈਂਟ ਨੇ ਉਹ 0 ਹੋਣਗੇ ਅਤੇ ਉੱਪਰ ਵਾਲੇ ਐਲੀਮੈਂਟ ਸਾਡੇ ਕੋਲ ਕੀ ਹੋਣੇ ਚਾਹੀਦੇ ਆ? ਨੋਨ ਜ਼ੀਰੋ। ਬਟ ਇਸ ਮੈਥਡ ਦੇ ਵਿੱਚ ਬੱਚੇ ਸਾਨੂੰ ਕੀ ਸਪੈਸੀਫਿਕ ਆ ਕਿ ਇੱਥੇ ਜਿਹੜੀ ਲੋਅਰ ਅਤੇ ਅਪਰ ਅਸੀਂ ਮੈਟ੍ਰਿਕਸ ਲਿਖਣੀ ਆ ਉਹਦੇ ਵਿੱਚ ਲੋਅਰ ਲਈ ਕੋਈ ਕੰਡੀਸ਼ਨ ਨਹੀਂ, ਬਟ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਦੇ ਲਈ ਕੰਡੀਸ਼ਨ ਆ ਕਿ ਜੋ ਇਹਦੇ ਡਾਇਗਨਲ ਹੋਣਗੇ, ਜੋ ਪ੍ਰਿੰਸੀਪਲ ਡਾਇਗਨਲ ਐਲੀਮੈਂਟ ਹੋਣਗੇ, ਉਹ ਸਾਡੇ ਕੋਲ ਯੂਨਿਟੀ ਹੋਣੇ ਚਾਹੀਦੇ ਨੇ। ਯੂਨਿਟੀ ਦਾ ਮਤਲਬ ਇਹ ਵੀ ਐਲੀਮੈਂਟ 1, ਇਹ ਵੀ ਐਲੀਮੈਂਟ 1 ਅਤੇ ਇਹ ਵੀ ਐਲੀਮੈਂਟ ਸਾਡੇ ਕੋਲ ਕੀ ਹੋਣਾ ਚਾਹੀਦਾ? 1 ਹੋਣਾ ਚਾਹੀਦਾ। ਸੋ ਪ੍ਰੋਸੀਜਰ ਕੀ ਹੈ? ਸਭ ਤੋਂ ਪਹਿਲਾਂ ਅਸੀਂ ਮੈਟ੍ਰਿਕਸ ਨੂੰ ਲੋਅਰ ਐਂਡ ਅਪਰ ਦੀ ਫੋਰਮ 'ਚ ਲਿਖਾਂਗੇ। ਉਸ ਤੋਂ ਬਾਅਦ ਇਹਨਾਂ ਲੋਅਰ ਅਤੇ ਅਪਰ ਦੀ ਜਿਹੜੀ ਮੈਟ੍ਰਿਕਸ ਦੀ ਵਿੱਚ ਉਹ ਸਾਰੇ ਐਲੀਮੈਂਟਸ ਫਾਈਂਡ ਕਰਾਂਗੇ ਕਿ ਕਿਹੜੇ ਕਿਹੜੇ ਐਲੀਮੈਂਟ ਹੋਣਗੇ ਇਹਦੇ ਵਿੱਚ। ਫਿਰ ਉਸ ਤੋਂ ਬਾਅਦ ਇਹਦੇ ਸੋਲਿਊਸ਼ਨ ਕੱਢਾਂਗੇ ਐਕਸ ਵਾਈ ਜ਼ੈਡ ਦੀ, ਜਾਂ x1 x2 x3 ਦੀ, ਜੋ ਵੀ ਅਸੀਂ ਵੇਰੀਏਬਲ ਮੰਨ ਕੇ ਚੱਲਾਂਗੇ ਉਹਨਾਂ ਦੀ ਵੈਲਿਊ ਕੱਢਾਂਗੇ। ਬਟ ਹੁਣ ਇੱਥੇ ਕੀ ਕਿਹਾ ਗਿਆ? ਅਸੀਂ ਇਨਵਰਸ ਫਾਈਂਡ ਕਰਨਾ ਇਹਦਾ ਕਰਾਊਟਸ ਮੈਥਡ ਨਾਲ। ਸੋ ਜੇ ਅਸੀਂ ਇਸ ਪ੍ਰੋਬਲਮ ਦਾ ਇਨਵਰਸ ਦੇਖੀਏ ਤਾਂ ਸਾਨੂੰ ਇਨਵਰਸ ਕਿਵੇਂ ਮਿਲੇਗਾ? ਕਰਾਊਟਸ ਮੈਥਡ ਨਾਲ। ਬੱਚੇ ਅਸੀਂ ਕਿਹਾ ਪਹਿਲਾ ਸਟੈਪ ਕੀ ਹੁੰਦਾ? ਏ ਨੂੰ ਅਸੀਂ ਕਿਹਦੇ ਇੱਕੋ ਲਿਖਣਾ? ਐਲ ਆਫ ਯੂ, ਲੋਅਰ ਅਪਰ। ਜੇ ਇਨਵਰਸ ਕਰੀਏ ਦੋਨੋਂ ਸਾਈਡ 'ਤੇ ਇਨਵਰਸ ਆ ਜਾਏਗਾ, ਐਲ ਯੂ ਦਾ ਇਨਵਰਸ। ਸੋ ਇਨਵਰਸ ਦੀ ਪ੍ਰੋਪਰਟੀ ਕੀ ਆ? ਕਹਿੰਦੇ ਜਦੋਂ ਸਾਡੇ ਕੋਲ ਐਲ ਯੂ ਦਾ ਇਨਵਰਸ ਹੋਵੇ, ਰਿਵਰਸਲ ਲਾਅ ਕੀ ਕਹਿੰਦਾ? ਦੋਨਾਂ ਦੀ ਵੈਲਿਊ ਕੀ ਹੋ ਜੂਗੀ? ਇੰਟਰਚੇਂਜ। ਸੋ ਇਹ ਲਿਖਿਆ ਜਾਊਗਾ ਯੂ ਇਨਵਰਸ ਐਲ ਇਨਵਰਸ। ਸੋ ਜੇ ਅਸੀਂ ਇਨਵਰਸ ਦੀ ਵੈਲਿਊ ਕੱਢਣਾ ਚਾਹੁੰਦੇ ਹਾਂ ਤਾਂ ਸਾਨੂੰ ਜਿਹੜੀ ਪਹਿਲਾਂ ਲੋਅਰ ਟ੍ਰਾਇੰਗੂਲਰ ਆ, ਅਪਰ ਟ੍ਰਾਇੰਗੂਲਰ ਆ, ਉਹਨਾਂ ਦਾ ਇਨਵਰਸ ਕੱਢਣਾ ਪਊਗਾ, ਉਹਨਾਂ ਦੀ ਪ੍ਰੋਡਕਟ ਕਰਨੀ ਪਊਗੀ, ਤਾਂ ਸਾਨੂੰ ਕੀ ਮਿਲ ਜੂਗਾ? ਇਨਵਰਸ ਆਫ ਦਿਸ ਮੈਟ੍ਰਿਕਸ। ਸੋ ਹੁਣ ਆਪਾਂ ਪਹਿਲਾਂ ਇਹਨੂੰ ਫਾਈਂਡ ਕਰਦੇ ਹਾਂ ਕਿ ਲੋਅਰ ਅਤੇ ਅਪਰ ਦੀ ਵੈਲਿਊ ਕੀ ਆ, ਫਿਰ ਉਹਦਾ ਇਨਵਰਸ ਦੇਖਾਂਗੇ। ਸਾਡੇ ਕੋਲ ਬੱਚੇ ਮੈਟ੍ਰਿਕਸ ਆ ਜੋ ਉਹਨੂੰ ਅਸੀਂ ਫਾਰਮ 'ਚ ਲਿਖਿਆ। ਕਹਿੰਦੇ ਮੈਟ੍ਰਿਕਸ ਸਾਨੂੰ ਗਿਵਨ ਸੀ, ਅਸੀਂ ਉਹਨੂੰ ਕਿਹਦੇ ਫਾਰਮ 'ਚ ਲਿਖ ਲਿਆ? ਦੋ ਮਲਟੀਪਲਾਈ ਦੀ ਫਾਰਮ 'ਚ ਲਿਖ ਲਿਆ, ਲੋਅਰ ਅਤੇ ਅਪਰ ਫਾਰਮ ਦੇ ਵਿੱਚ। ਲੋਅਰ ਦੇ ਵਿੱਚ ਵੈਲਿਊਜ਼ ਕੀ ਭਰੀਆਂ? L11 0 0, L21 2 2 0, L31 3 2, L3 3 0। ਦੇਖੋ ਹੁਣ ਇਹਦੇ ਉੱਪਰ ਕੀ ਬਣ ਰਹੀ ਆ? 0। ਮੇਨ ਡਾਇਗਨਲ ਤੋਂ ਉੱਪਰ ਵਾਲੇ ਜਿਹੜੇ ਡਾਇਗਨਲ ਐਲੀਮੈਂਟ ਨੇ ਉਹ ਸਾਰੇ ਸਾਡੇ ਕੋਲ ਕੀ ਨੇ? 0 ਨੇ। ਸੋ ਇਹ ਸਾਡੇ ਕੋਲ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਹੁਣ ਅੱਗੇ ਲਿਖਣੀ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਵਿਦ ਡਾਇਗਨਲ ਐਲੀਮੈਂਟ ਯੂਨਿਟੀ। ਡਾਇਗਨਲ ਐਲੀਮੈਂਟ ਜਿਹਦੇ ਵਿੱਚ ਕੀ ਹੋਣਗੇ? ਸਾਰੇ ਯੂਨਿਟ। ਹੁਣ ਸਾਡਾ ਪਹਿਲਾ ਪ੍ਰੋਸੈਸ ਹੋਏਗਾ ਬੱਚੇ, ਜਿਹੜੀਆਂ ਅਸੀਂ ਵੇਰੀਏਬਲਸ ਲੈਣੇ L11 L21 L22, ਇਹਨਾਂ ਸਾਰਿਆਂ ਦੀਆਂ ਵੈਲਿਊਜ਼ ਫਾਈਂਡ ਕਰਨੀਆਂ, ਕਿਉਂਕਿ ਜੇ ਇਹਨਾਂ ਦੀ ਵੈਲਿਊ ਪਤਾ ਲੱਗੂਗੀ ਤਾਂ ਹੀ ਸਾਨੂੰ ਲੋਅਰ ਅਤੇ ਅਪਰ ਦੀ ਵੈਲਿਊ ਪਤਾ ਲੱਗੂ, ਫਿਰ ਹੀ ਅਸੀਂ ਉਹਦਾ ਇਨਵਰਸ ਕਰ ਸਕਦੇ ਹਾਂ। ਸੋ ਪਹਿਲਾਂ ਅਸੀਂ ਇਹਨਾਂ ਦੀ ਮੈਟ੍ਰਿਕਸ ਦੀ ਵੈਲਿਊ ਕੱਢਾਂਗੇ। ਮੈਟ੍ਰਿਕਸ ਦੀ ਵੈਲਿਊ ਕੱਢਣ ਦੇ ਲਈ ਪਹਿਲਾਂ ਦੇਖੋ ਇਕੁਐਲਿਟੀ ਪਈ ਆ ਦੋਹਾਂ ਦੇ ਵਿੱਚ। ਦੋ ਮੈਟ੍ਰਿਕਸ ਇਕੁਅਲ ਕਦੋਂ ਹੁੰਦੀਆਂ ਨੇ? ਜਦੋਂ ਉਹਨਾਂ ਦੇ ਵਿੱਚ ਕੋਰਸਪੋਂਡਿੰਗ ਐਲੀਮੈਂਟ ਵੀ ਇਕੁਅਲ ਹੋਣ। ਸੋ ਪਹਿਲਾਂ ਇਹਨਾਂ ਦੋਹਾਂ ਦੀ ਪ੍ਰੋਡਕਟ ਕਰਦੇ ਹਾਂ। ਮੈਟ੍ਰਿਕਸ ਦੀ ਪ੍ਰੋਡਕਟ, ਫਸਟ ਰੋ ਫਸਟ ਕਾਲਮ, ਫਸਟ ਰੋ ਸੈਕਿੰਡ ਕਾਲਮ, ਫਸਟ ਰੋ ਥਰਡ ਕਾਲਮ, ਫਿਰ ਸੈਕਿੰਡ ਰੋ ਫਸਟ ਕਾਲਮ, ਸੈਕਿੰਡ ਰੋ ਸੈਕਿੰਡ ਕਾਲਮ, ਇਸ ਤਰ੍ਹਾਂ ਮਲਟੀਪਲਾਈ ਕਰ ਲਾਂਗੇ। ਜੋ ਪ੍ਰੋਸੀਜਰ ਆ ਉਹਦੇ ਅਕੋਰਡਿੰਗ ਜਦੋਂ ਅਸੀਂ ਮਲਟੀਪਲਾਈ ਕੀਤਾ ਤਾਂ ਸਾਨੂੰ ਜਿਹੜੀ ਮੈਟ੍ਰਿਕਸ ਆ ਉਹ ਮਿਲ ਰਹੀ ਆ L11 ਦੀ ਪ੍ਰੋਡਕਟ
1 ਨਾਲ L11 L1 ਦੀ ਪ੍ਰੋਡਕਟ L11 ਦੀ ਪ੍ਰੋਡਕਟ U12 ਨਾਲ प्लस 0 सो अगला एलीमेंट L11 U12 फिर L1 की प्रोडक्ट ये L11 की प्रोडक्ट U13 नाल प्लस 0 की प्रोडक्ट U23 नाल 0 की प्रोडक्ट 1 नाल 0 सो एलीमेंट होएगा। इस तरह असीं सारिਆਂ ਦੀ प्रोडक्ट फाइंड कर ली। प्रोडक्ट करन तो बाद साडे कोल जो एलीमेंट्स आए हुण असीं इन्हां दो मैट्रिक्स का बच्चे कंपैरिजन करना। ये दोहां दे विच इक्वैलिटी का सिंबल आ। इक्वल मैट्रिक्स कोरसपोंडिंग एलीमेंट भी इक्वल होणगे। सो पहला एलीमेंट पहले दे इक्वल, दूसरा दूसरे दे, तीसरा तीसरे दे, फिर आह सैकेंड रो दे फर्स्ट एलीमेंट फर्स्ट दे, सैकेंड दे, थर्ड दे इक्वल होगा। असीं कंपैरिजन कीता। कंपैरिजन करके सानू डायरैक्टली कुछ वेरीएबल्स की तो वैल्यू मिल जूगी, कुछ के लिए सानू कुछ कैलकुलेशनस जिहड़ियां करनियां पैणगियां। जिवें इहनूं जदों असीं कंपैरिजन कीता तो L11 की वैल्यू -2, L21 की वैल्यू -4, L31 की वैल्यू -6। फिर अगों अगली सैकेंड कॉलम का जो कंपैरिजन किया L11 U12 की वैल्यू साडे कोल कितनी हैगी इक्वल टू 4 एंड नैक्सट साडे कोल आ गया देखो 4 L11 की उपर कड्डी हुई आ -2 उत्थे सबस्टिट्यूट कर देंगे U12 की वैल्यू निकल आऊ। फिर अगला यदा सैकेंड एलीमेंट कंपैरिजन किया L21 U12 प्लस L22 इज इक्वल टू कि 18 दे इक्वल ਜਿਹੜੀਆਂ वैल्यूज़ बच्चे असीं पिछे कड्ढी जाने वो ये सबस्टिट्यूट करी जावांगे तो न्यू वेरीएबल की जी वैल्यू है वो फाइंड हो जू। सो L22 की वैल्यू कितनी हैगी 10। सिमिलर जो इस इक्वेशन नूं इहदे नाल 2 दे नाल कंपैरिजन करांगे इक्वल टू 2 जो वेरीएबल सानूं पता नहीं वो पुट कर देंगे L32 की वैल्यू निकल जाऊ। फिर इस तरह कॉलम थर्ड का कंपैरिजन कॉलम थर्ड नाल कीता 3 इक्वेशनस बननियां, तिन्नां तो सानूं 3 वेरीएबल ने जिहड़े वो होर मिल जाएंगे। हुण जो बच्चे असीं इहनूं सॉल्व कर लिया तो सानूं सारे वेरीएबल्स ने जिहड़े उन्हां दी वैल्यू फाइंड आउट होगी। देखो L11 दी -2 तो साडे कोल मैट्रिक्स किस तरह दी बननियां -2 उस तो बाद 0 L21 की वैल्यू -4 L22 की वैल्यू 10 L22 की 10 फिर उस तो बाद 0 फिर 31 की वैल्यू -6 32 की वैल्यू -10 एंड 33 की वैल्यू -76। इस तरह जू की वैल्यूज़ की आ जाएगियाँ पहला 1 1 1 नीचेले एलीमेंट 0 U12 की वैल्यू -2 U13 की वैल्यू -4 U23 की वैल्यू -3.2। दोनों मैट्रिक्स सानूं पता लग गया। हुण बच्चे इन्हां दा इनवर्स चाहिदा। इनवर्स के लिए असीं की कहते हैं फॉर्मूला की हुंदा इनवर्स का किसी भी मैट्रिक्स का इनवर्स की इक्वल होएगा एडजॉइंट ऑफ ए अपॉन डिटरमीनेंट ऑफ ए। एडजॉइंट ऑफ ए किवें निकलदा सी पहलां कल्ले कल्ले एलीमेंट का माइनर करते हैं फिर कोफैक्टर करते हैं कोफैक्टर तो एक मैट्रिक्स बनाने उहदा ट्रांसपोज करते हैं ਉਹ ਤੋਂ ਸਾਨੂੰ ਕੀ मिल जाता इनवर्स। सो बच्चे ਉਹਨੂੰ डिटेल च नहीं जावांगे इनवर्स फाइंड करके मैं डायरैक्टली लिखूँगी कि इनवर्स साडे कोल की होगा। देखो एल मैट्रिक्स साडे कोल ये आई है एंड यू मैट्रिक्स साडे कोल इस तरह की फॉर्म हुई है जो असीं उपर लिखिया। हुण असीं इन्हां दा की करना इनवर्स फाइंड करना। एल का इनवर्स बच्चे साडे कोल होएगा एल का एडजॉइंट ऑफ एल अपॉन एल का डिटरमीनेंट। सिमिलर यू का इनवर्स की होएगा एडजॉइंट ऑफ यू अपॉन यू का डिटरमीनेंट। एडजॉइंट ऑफ एल सॉल्व किया बच्चे जो साडे कोल आंसर की आ गया -760 -304 100 अपॉन 000 152 -20 -20 ਇਹਦਾ की करना ट्रांसपोज। इस तरह बच्चे इधर भी यू का भी फाइंड किया। फिर एल इनवर्स लिए उन्होंने सारिया टर्म्स में डिवाइड किया डिटरमीनेंट ऑफ एल इधर डिटरमीनेंट ऑफ यू दे नाल। फिर सानू जिहड़ी दोनों की वैल्यू मिल गई। हुण साडा मेन फोकस की सी ए का इनवर्स कढ़ना। ए का इनवर्स की दे इक्वल सी एल इनवर्स यू इनवर्स एल इनवर्स दे इक्वल सी। यू इनवर्स की वैल्यू असीं ने सबस्टिट्यूट की एल इनवर्स की वैल्यू सबस्टिट्यूट की। अगेन दो मैट्रिक्स नूं प्रोडक्ट कर देंगे फर्स्ट रो फर्स्ट कॉलम फर्स्ट रो सैकेंड कॉलम फर्स्ट रो थर्ड कॉलम जिस तरह मैट्रिक्स की प्रोडक्ट होंदी है उस तो बाद सानूं इस तरह की मैट्रिक्स मिलूगी। यही साडा सीगा इनवर्स ऑफ ए। थैंक यू।